ਬੈਡਰੂਮ ਦਾ ਦਰਵਾਜ਼ਾ ਸੀਗਾ ਤੇ ਉਹ ਸੋਟੀਆਂ ਮਾਰਨ ਲੱਗ ਗਏ ਜ਼ੋਰ ਜ਼ੋਰ ਦੀ। ਉਹ ਇੰਨਾ ਖੜਕਾ ਹੋਵੇ, ਅਸੀਂ ਚੀਕਾਂ ਮਾਰਨ ਲੱਗ ਗਈਆਂ ਵੀ ਆਹ ਕੀ ਹੋ ਗਿਆ, ਆਹ ਕੀ ਹੋ ਗਿਆ। जो परसों एडवोकेट साहब ने कन्वे करता सी भी वो डील कैंसिल कर रहे हैं, उस दिन तो इन्होंने 30-35 कॉल्स कीतियां ने। फिर रात अज हुण कोर्ट दे विच असीं इन्हां नूं नोटिस भेजना सी। साडा नोटिस कोर्ट 'च तैयार होया पिया है। मैनूं उत्थे बुलाया सी उन्होंने कि आपां इन्हां नूं नोटिस दे दईए। इन्हां नूं पता लग गया भी इन्हां ने डील कैंसिल करती। सो रातों रात इन्हां ने ये एक्शन लिया। तू आपदे पुੱਤ ਨੂੰ ਬਚਾ ਲਾ, ਕਹਿੰਦੇ ਅਸੀਂ ਮਾਰ ਦਾਂਗੇ ਉਹਨੂੰ। ਉਹਦਾ ਵਿਆਹ ਜੀ ਪਿਛਲੇ ਨਵੰਬਰ 'ਚ ਹੋਇਆ ਤੇ ਚੂੜੇ ਵਾਲੀ ਕਹਿੰਦੇ ਰੋਂਦੀ ਰੋਊਗੀ, ਅਸੀਂ ਦੋਨਾਂ ਨੂੰ ਮਾਰ ਦਾਂਗੇ। ਖਬਰ ਲੈਂਦੇ ਹਾਂ ਪਟਿਆਲਾ ਤੋਂ। ਪਟਿਆਲਾ ਦੇ 22 ਨੰਬਰ ਫਾਟਕ ਤੇ ਇੱਕ ਕੋਠੀ ਜਿਸ ਦੇ ਵਿੱਚ ਪਰਿਵਾਰ ਦੀ ਔਰਤ ਤੇ ਬਾਹਰ ਤੋਂ ਕੁਝ ਮਹਿਮਾਨ ਆ ਕੇ ਰੁਕੇ ਹੋਏ ਸਨ। 14 ਤਾਰੀਖ ਦੀ ਰਾਤ ਨੂੰ 11:30 ਵਜੇ ਕੁਝ ਹਮਲਾਵਰ ਘਰ ਦੇ ਵਿੱਚ ਐਂਟਰ ਹੁੰਦੇ ਨੇ, ਤੋੜ-ਫੋੜ ਕਰਦੇ ਨੇ ਔਰ ਪਿਸਤੌਲ ਦੀ ਨੋਕ ਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ। ਇਸ ਔਰਤ ਨੇ ਦੱਸਿਆ ਹੈ ਕਿ ਮੇਰੇ ਗਲੇ ਵਿੱਚ ਪਾਈ ਹੋਈ ਚੈਨ ਵੀ ਖਿੱਚ ਕੇ ਲੈ ਗਏ। ਦੱਸ ਦਈਏ ਕਿ ਮਾਮਲਾ ਘਰ ਦੀ ਪ੍ਰਾਪਰਟੀ ਨੂੰ ਲੈ ਕੇ ਚੱਲ ਰਿਹਾ ਹੈ। ਮਕਾਨ ਦੀ ਮਾਲਕਣ ਨੇ ਦੱਸਿਆ ਹੈ ਕਿ ਇਸ ਪ੍ਰਾਪਰਟੀ ਦਾ ਬਿਆਨਾ ਕੀਤਾ ਹੋਇਆ ਸੀ, ਮਗਰ ਜਦੋਂ ਖਰੀਦਦਾਰ ਵੱਲੋਂ ਬਿਆਨੇ ਵਿੱਚ ਲਿਖੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰ ਪਾ ਰਿਹਾ ਸੀ ਤੇ ਅਸੀਂ ਆਪਣੇ ਵਕੀਲ ਦੇ ਜ਼ਰੀਏ ਉਹਨਾਂ ਨੂੰ ਸੰਦੇਸ਼ਾ ਭੇਜ ਦਿੱਤਾ ਹੈ ਕਿ ਇਹ ਡੀਲ ਅਸੀਂ ਕੈਂਸਲ ਕਰਾਂਗੇ। ਇਸ ਸੰਦੇਸ਼ੇ ਤੋਂ ਬਾਅਦ ਉਹ ਲੋਕ ਡਰਾਉਣ ਦੇ ਉਦੇਸ਼ ਦੇ ਨਾਲ ਸਾਡੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕੁਝ ਵਿਅਕਤੀ ਜੋ ਕਿ 25 ਤੋਂ 30 ਲੋਕ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਹੱਥ ਵਿੱਚ ਡੰਡੇ, ਤਲਵਾਰਾਂ, ਗੰਡਾਸੇ ਅਤੇ ਉਹ ਸਾਰਿਆਂ ਨੇ ਇੱਕ ਘਰ ਤੇ ਹਮਲਾ ਕਰ ਦਿੱਤਾ ਹੈ ਔਰ ਉਹ ਲੱਗ ਰਿਹਾ ਸੀ ਕਿ ਉਹਨਾਂ ਲੋਕਾਂ ਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਹੈ। ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਬਾਅਦ ਵਿੱਚ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਥਾਣੇ ਦੇ ਵਿੱਚ ਹਰਬੰਸ ਸਿੰਘ, ਰਵਿੰਦਰ ਸਿੰਘ ਵਾਸੀ ਦੀਪਨਗਰ ਪਟਿਆਲਾ ਤੇ ਰਵਿੰਦਰ ਸਿੰਘ ਇੱਕ ਬਜ਼ੁਰਗ ਔਰਤ ਨੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ। ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਔਰ ਪੁਲਿਸ ਨੇ ਦੱਸਿਆ ਕਿ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇੱਕ ਸਾਨੂੰ ਫੋਨ ਕਾਲ ਰਿਸੀਵ ਹੋਏ ਸੀਗੇ ਜੀ ਵੀ ਕੁਝ ਵਿਅਕਤੀਆਂ ਵੱਲੋਂ 22 ਨੰਬਰ ਦੇ ਹੇਠਾਂ ਇੱਕ ਕੋਠੀ ਹੈ ਜੀ, ਉੱਥੇ ਕੁਝ ਬਾਹਰ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜੀ। ਰਿਗਾਰਡਿੰਗ ਡੈਟ ਅਸੀਂ ਉੱਥੇ ਮੌਕੇ ਤੇ ਪਹੁੰਚੇ ਜੀ। ਜੋ ਉਹਦੇ ਪ੍ਰਾਈਮਾ ਫੇਸ਼ੀਆ ਸੀਗਾ ਬਣਦਾ ਰਿਗਾਰਡਿੰਗ ਡੈਟ FIR ਨੰਬਰ 259 ਅਸੀਂ ਰਜਿਸਟਰ ਕੀਤੀ ਹੈ ਜੀ ਅੰਡਰ ਸੈਕਸ਼ਨ 458 382 323 506 148 149 ਤੇ ਆਰਮਜ਼ ਐਕਟ ਹੈ। ਇਹਦੇ 'ਚ 3 ਦਾ ਬਾਈ ਨੇਮ ਪਰਚਾ ਜੀ ਤੇ ਕੁਝ ਅਣਪਛਾਤੇ ਨੇ ਜੀ। ਉਸ ਰਿਗਾਰਡਿੰਗ ਹੀ ਅਸੀਂ ਇੱਕ ਜਣੇ ਦੀ ਗ੍ਰਿਫਤਾਰੀ ਕਰ ਲਈ ਹੈ ਜੀ। ਉਹਨੂੰ ਅਦਾਲਤ 'ਚ ਪੇਸ਼ ਕਰਕੇ ਉਹਦਾ 2 ਦਿਨ ਦਾ ਰਿਮਾਂਡ ਹੈ ਜੀ। ਬਾਕੀ ਜੋ ਇਨਵੈਸਟੀਗੇਸ਼ਨ 'ਚ ਅੱਗੇ ਸਾਹਮਣੇ ਆਊਗਾ ਉਸੇ ਤਹਿਤ ਬਣਦੀ ਕਾਰਵਾਈ ਕੀਤੀ ਜਾਊਗੀ। ਕੋਈ ਇੰਜਰਡ ਵਗੈਰਾ ਤਾਂ ਨਹੀਂ ਹੋਇਆ ਕੋਈ? ਨਹੀਂ, ਇੱਦਾਂ ਦਾ ਕੁਝ ਨਹੀਂ ਜੀ, ਨਾ ਹੀ ਸਾਨੂੰ ਕੋਈ ਇਤਲਾਹ ਹੀ ਹੈ ਜੀ। ਜੋ ਪ੍ਰਾਈਮਾ ਫੇਸ਼ੀਆ ਬਣਦਾ ਸੀ ਰਿਗਾਰਡਿੰਗ ਡੈਟ FIR ਰਜਿਸਟਰ ਕਰ ਦਿੱਤੀ ਹੈ। ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ। ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਬਣਦੀ ਸੂਰਤ ਕਾਰਵਾਈ ਕੀਤੀ ਜਾਊਗੀ। ਕੀ ਗੱਲ ਹੋਈ ਹੈ ਸਾਰੀ? ਕਿਹੜੀ ਜਗ੍ਹਾ ਤੇ ਰਹਿਣ ਵਾਲੇ? ਅਸੀਂ ਜੀ ਇੱਥੇ ਆਪਣੇ ਘਰ 'ਚ ਰਹਿੰਦੇ ਆ ਤੇ ਉਹ ਬੰਦੇ ਅਚਨਚੇਤ ਹੀ ਬੰਦਿਆਂ ਨੇ ਰਾਤ ਸਾਡੇ ਤੇ ਅਟੈਕ ਕਰਤਾ। ਅਸੀਂ 11:30 ਦਾ ਟਾਈਮ ਸੀਗਾ। ਮੇਰੀ ਕੁੜਮਣੀ ਆਈ ਹੋਈ ਸੀ, ਕੁੜਮਣੀ ਆਏ ਹੋਏ ਸੀਗੇ ਤੇ ਅਸੀਂ ਗੱਲਾਂ ਕਰੀ ਜਾਂਦੇ ਸੀ। ਅਸੀਂ ਗੱਲਾਂ ਕਰੀ ਜਾਂਦੀਆਂ ਸੀਗੀਆਂ ਤੇ ਅਚਨਚੇਤ ਇੱਕਦਮ ਮੈਨੂੰ ਐਂ ਲੱਗਿਆ ਜਿਵੇਂ ਨਾ ਇੱਕਦਮ ਬੰਬ ਫਟਿਆ ਹੁੰਦਾ। ਮੈਂ ਇੱਕਦਮ ਦੇਖਿਆ ਪਿੱਛੇ ਮੁੜ ਕੇ ਵੀ ਆਹ ਕੀ ਹੋਇਆ ਤੇ ਸਾਡਾ ਜਿਹੜਾ ਬੈਡਰੂਮ ਦਾ ਦਰਵਾਜ਼ਾ ਸੀਗਾ ਤੇ ਉਹ ਸੋਟੀਆਂ ਮਾਰਨ ਲੱਗ ਗਏ ਜ਼ੋਰ ਜ਼ੋਰ ਦੀ। ਉਹ ਇੰਨਾ ਖੜਕਾ ਹੋਵੇ, ਅਸੀਂ ਚੀਕਾਂ ਮਾਰਨ ਲੱਗ ਗਈਆਂ ਵੀ ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਜਦੋਂ ਦਰਵਾਜ਼ਾ ਟੁੱਟ ਗਿਆ ਅੰਦਰ ਵੜੇ ਤੇ ਅਸੀਂ ਕਿਹਾ ਵੀ ਇਹ ਕੀ ਕਰਦੇ ਤੁਸੀਂ ਸਾਨੂੰ ਕਿਉਂ ਮਾਰਦੇ ਆ ਕੇ ਮਾਰਨ ਲੱਗੇ। ਨਿਕਲੋ ਬਾਹਰ ਇੱਥੇ ਸਾਡਾ ਇਹ ਨਿਕਲੋ ਬਾਹਰ। ਅਸੀਂ ਕਿਹਾ ਵੀ ਅਸੀਂ ਸਾਥੋਂ ਨਿਕਲਿਆ ਹੀ ਨਾ ਜਾਵੇ, ਸਾਥੋਂ ਕੁੰਡੀ ਹੋਈ ਬੰਦੀ ਜਾਇਆ ਹੀ ਨਾ ਜਾਵੇ ਵੀ ਅਸੀਂ ਕੁੰਡੀ ਖੋਲ੍ਹ ਕੇ ਬਾਹਰ ਨਿਕਲ ਜਾਈਏ। ਪਰ ਸਾਨੂੰ ਧੱਕੇ ਮਾਰ ਬਾਹਰ ਕੱਢਿਆ। ਮੈਂ ਫਟਾਫਟ ਬੇਟੇ ਨੂੰ ਫੋਨ ਲਾਉਣ ਲੱਗੀ, ਮੈਥੋਂ ਫੋਨ 3-4 ਦਿਨ ਝਪਟ ਕੇ ਪੈ ਗਏ। ਮਾਤਾ ਕਹਿੰਦੇ ਤੂੰ ਫੋਨ ਲਾਉਣੀ ਆ ਤੇ ਤੂੰ ਕਿ ਮਰ ਜਾਏਗੀ, ਤੂੰ ਮੈਨੂੰ ਪਿਸਤੌਲ ਦਿਖਾਇਆ। ਕਹਿੰਦੇ ਤੂੰ ਆਪਦੇ ਪੁੱਤ ਨੂੰ ਬਚਾ ਲਾ, ਕਹਿੰਦੇ ਅਸੀਂ ਮਾਰ ਦਾਂਗੇ ਉਹਨੂੰ। ਉਹਦਾ ਵਿਆਹ ਜੀ ਪਿਛਲੇ ਨਵੰਬਰ 'ਚ ਹੋਇਆ ਤੇ ਚੂੜੇ ਵਾਲੀ ਕਹਿੰਦੇ ਰੋਂਦੀ ਰੋਊਗੀ, ਅਸੀਂ ਦੋਨਾਂ ਨੂੰ ਮਾਰ ਦਾਂਗੇ। ਮੈਂ ਕਿਹਾ ਤੁਸੀਂ ਮੈਨੂੰ ਮਾਰੋ ਪਹਿਲਾਂ,
ਮੈਨੂੰ ਪਿਸਤੌਲ ਦਿਖਾਇਆ, ਮੇਰੀ ਪੁੜਪੁੜੀ ਤੇ ਪਿਸਤੌਲ ਲਾਇਆ। ਮੈਂ ਕਿਹਾ ਮਾਰੋ ਮੈਨੂੰ, ਤੇ ਮੈਂ ਕਿਹਾ ਜੇ ਥੋੜਾ ਢਿੱਡ ਭਰ ਜੇ ਤਾਂ। ਤੇ ਇਹਨਾਂ ਕਹਿ ਕੇ ਫੋਨ ਤਾਂ ਮੇਰੇ ਤੋਂ ਖੋ ਹੀ ਲਿਆ ਸੀਗਾ। ਪਹਿਲਾਂ ਮੈਂ ਕੋਸ਼ਿਸ਼ ਕੀਤੀ, ਮੈਂ 2 ਬੰਦਿਆਂ ਨੇ ਮੈਂ ਵੀ ਪੂਰੇ ਅੱਗੋਂ ਜ਼ੋਰ ਨਾਲ ਫੋਨ ਰੋਕਿਆ ਆਪਣਾ, ਪਰ ਜਦੋਂ 2 ਦਿਨ ਹੋਰ ਪੈ ਗਏ ਤੇ ਉਹ ਮੇਰੀ ਬਾਂਹ ਤੇ ਕੁਝ ਮਾਰਨ ਲੱਗੇ, ਇੱਕਦਮ ਮੈਂ ਪਿੱਛੇ ਹਟ ਗਈ ਕਿਉਂਕਿ ਇੰਨੇ ਬੰਦਿਆਂ ਦੇ ਬੰਦੇ ਜੀ ਕੋਈ ਗੁੰਡੇ ਆ ਬੰਦੇ। ਕੀ ਉਹਦਾ ਇੱਕ ਦਾ ਨਾਂ ਭੋਲਾ ਹਰਬੰਸ ਸਿੰਘ ਤੇ ਦੂਜੇ ਦਾ ਨਾਂ ਹੈਗਾ ਰਵਿੰਦਰ ਸਿੰਘ। ਡਾਕਟਰ ਕਹਿੰਦੇ ਆ ਉਹਨੂੰ। ਪੁਰਾਣੇ ਸੀ ਤੁਹਾਡੇ ਕੋਲ ਤੇ ਹੀ ਹਮਲਾ ਕਿਉਂ ਕੀਤਾ ਇਸ ਘਰ ਦੇ ਵਿੱਚ? ਕਹਿੰਦੇ ਨਿਕਲੋ, ਸਾਡਾ ਘਰ ਹੈ, ਨਿਕਲੋ ਇੱਥੋਂ। ਕੋਈ ਇਸ ਬਾਰੇ ਕੋਈ ਪਹਿਲਾਂ ਕੋਈ ਬਿਆਨਾ ਇਹ ਸੀਗਾ ਨਹੀਂ, ਅਸੀਂ ਨਹੀਂ ਸੀ ਕੀਤਾ। ਇਹ ਸਾਡੀ ਜੁਆਇੰਟ ਫੈਮਿਲੀ, ਅਸੀਂ ਇੱਥੇ ਰਹਿੰਦੇ ਸੀਗੇ ਤੇ ਮੇਰੀਆਂ 2 ਨਨਾਣਾਂ ਤੇ 3 ਦਾ ਸ਼ੇਅਰ ਸੀਗਾ। ਤੇ ਉਹਨਾਂ ਨੇ ਆਪਣਾ ਵੀ ਉਹਨਾਂ ਨਾਲ ਕੋਈ ਐਗਰੀਮੈਂਟ ਹੋਇਆ ਸੀਗਾ ਤੇ ਉਹ ਉਹਨਾਂ ਨੂੰ ਆਪਣਾ ਅੱਧਾ ਹਿੱਸਾ ਦੇ ਕੇ ਤੇ ਉਹ ਚਲੇ ਗਏ ਸੀਗੇ। ਮੇਰੇ ਨਨਾਣਾਂ ਬਾਹਰ ਚਲੇ ਗਏ ਸੀਗੇ, ਕਿਤੇ ਹੋਰ ਰਹਿਣ ਲੱਗੇ ਸੀ ਪਿਛਲੇ 1 ਮਹੀਨੇ ਤੋਂ। ਤੇ ਇਹ ਜੋ ਉਹਨਾਂ ਨਾਲ ਜੋ ਕੋਈ ਡੀਲਿੰਗ ਹੋਈ ਸੀਗੀ ਇਹਨਾਂ ਨੇ ਪੂਰੀ ਨਹੀਂ ਕੀਤੀ ਗੀ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਜੋ ਮਤਲਬ ਤੁਹਾਡਾ ਨਾਲ ਐਗਰੀਮੈਂਟ ਕੀਤਾ ਤੇ ਅਸੀਂ ਵਾਪਸ ਲਵਾਂਗੇ। ਤੇ ਉਹ ਇਸ ਚੀਜ਼ ਦੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਇੱਥੋਂ ਵੀ ਅਸੀਂ ਸਾਰੇ ਤੇ ਕਬਜ਼ਾ ਕਰ ਲਈਏ ਤੇ ਇਹਨਾਂ ਨੂੰ ਕੱਢ ਦਈਏ ਇੱਥੋਂ। ਤਾਂ ਉਹ ਇਸ ਕਰਕੇ ਇਹਨਾਂ ਨੇ, ਮੈਨੂੰ ਲੱਗਦਾ ਇਸ ਕਰਕੇ ਕੀਤਾ ਉਹਨਾਂ ਨੇ। ਤੁਹਾਡੇ ਨਾਲ ਹੀ ਰਹਿ ਰਹੇ ਸੀ ਜਾਂ ਬਾਹਰੋਂ ਆਏ ਸੀ? ਇਹ ਮਹੀਨੇ ਕੁ ਤੋਂ ਰਹਿੰਦੇ ਸੀਗੇ ਜੀ ਇੱਥੇ। ਕਿੰਨੇ ਲੋਕ ਇੱਥੇ ਸੀ ਤੇ ਕਿੰਨੇ ਲੋਕਾਂ ਨੇ? ਇਹ ਸੀਗੇ ਜੀ 5 6 8 9 ਤਾਂ ਹੁੰਦੇ ਹੀ ਸੀਗੇ। ਇਹ ਦਿਨ 'ਚ 5 6 ਹੁੰਦੇ, ਸ਼ਾਮ ਨੂੰ ਵੱਧ ਹੋ ਜਾਂਦੇ, ਕਦੇ ਘੱਟ ਹੋ ਜਾਂਦੇ, ਫਿਰਦੇ ਰਹਿੰਦੇ ਹੁੰਦੇ। ਪਰ ਇਹ ਵੀ ਸਾਨੂੰ ਕੋਈ, ਅਸੀਂ ਇਹਨਾਂ ਤੋਂ ਡਰੇ ਨਹੀਂ ਸੀਗੇ ਵੀ ਸਾਨੂੰ ਕੁਝ ਕਰਨਗੇ। ਅਸੀਂ ਆਰਾਮ ਨਾਲ, ਮੈਂ ਉੱਧਰਲੇ ਵੀ ਇਕੱਲੀ ਪੈਂਦੀ ਰਹੀ ਆ, ਮੈਨੂੰ ਕਹਿੰਦੇ ਮਤਲਬ ਆਰਾਮ ਨਾਲ ਬੈਠੇ ਸੀ, ਸਾਨੂੰ ਕੋਈ ਐਂ ਹੈ ਨਹੀਂ ਸੀ ਵੀ ਕੁਝ ਕਰਨਗੇ। ਜਿਸ ਤਰ੍ਹਾਂ ਕਿ ਪਹਿਲੇ ਵੀ ਹੋ ਚੁੱਕਿਆ ਤੁਹਾਡੇ ਉੱਪਰ ਹਮਲਾ, ਇਹੀ ਬੰਦੇ ਸੀ ਜਾਂ ਹੋਰ ਕੋਈ ਸੀ? ਹਾਂਜੀ, ਪਹਿਲਾਂ ਵੀ ਮੈਨੂੰ ਤਾਂ ਹੁਣ ਨਾ ਮੇਰਾ ਦਿਮਾਗ ਆਇਆ ਹੋਇਆ ਪਿਆ ਵੀ ਮੈਨੂੰ ਪਹਿਲੀ ਕੋਈ ਚੀਜ਼ ਨਹੀਂ ਧਿਆਨ 'ਚ ਆ ਰਹੀ। ਮੈਨੂੰ ਤਾਂ ਆਹੀ ਮੇਰੇ ਅੱਖਾਂ ਦੇ ਸਾਹਮਣੇ ਆ ਰਹੀ ਹੈ ਵੀ ਜੋ ਸਾਡੇ ਨਾਲ ਰਾਤ ਹੋਇਆ। ਕਿੰਨੇ ਲੋਕ ਸੀ ਜਿਹਨਾਂ ਨਾਲ? ਇਹ ਸੀ ਰਾਤ ਘੱਟ ਤੋਂ ਘੱਟ 30-35 ਬੰਦੇ ਤਾਂ ਸੀਗੇ ਇਹ। ਤੁਸੀਂ ਇਸ ਬਾਬਤ ਪੁਲਿਸ ਨੂੰ ਕੰਪਲੇਂਟ ਦਿੱਤੀ? ਹਾਂਜੀ, ਪੁਲਿਸ ਆਈ। ਅਸਲ ਸਾਨੂੰ ਜਿੱਥੇ ਤੱਕ ਇੱਥੇ ਸਾਡੀ ਗੱਡੀ ਖੜੀ ਹੈ ਬਾਹਰ ਵਿਹੜੇ 'ਚ, ਕਹਿੰਦੇ ਕੱਢ ਲਓ ਇਹਨੂੰ ਵੀ ਅਸੀਂ ਫੂਕ ਦਾਂਗੇ। ਮੈਂ ਕਿਹਾ ਵੀ ਚਾਬੀ ਅੰਦਰ ਹੈ। ਮੈਂ ਕਿਹਾ ਵੀ ਤੁਸੀਂ ਇਹ ਕੀ ਕਰਦੇ ਆ ਵੀ ਅਸੀਂ ਵੀ ਸਾਡੀ ਚੀਜ਼ਾਂ ਕਿਉਂ ਤੋੜਦੇ ਹੋ ਤੁਸੀਂ? ਤੇ ਇੰਨਾ ਮਤਲਬ ਕੁਛ ਬੰਦੇ ਤਾਂ ਸਾਡੇ ਚਲਦੇ ਹੋਏ ਸੀ, ਕੋਈ ਦਾੜ ਇਹਨਾਂ ਨੇ ਦਰਵਾਜ਼ਿਆਂ ਤੇ ਮਾਰੀ ਜਾਂਦੇ ਸੀਗੇ, ਪਤਾ ਨਹੀਂ ਕੀ ਰੋਡਾਂ ਕੀ ਕੁਛ ਮਾਰੀ ਜਾਂਦੇ ਸੀ। ਕਹਿੰਦਾ ਖੜਕਾ ਹੋ ਰਿਹਾ ਸੀ, ਸ਼ੀਸ਼ੇ ਟੁੱਟਦਿਆਂ ਦਾ ਖਿਲਾਰੇ ਪਾਤੇ ਉਹਨਾਂ ਨੇ ਜੀ। ਪੁਲਿਸ ਆਈ ਫਿਰ ਮੌਕੇ ਤੇ ਵੀ ਕਾਰਵਾਈ? ਸਾਨੂੰ ਤਾਂ ਉਹਨਾਂ ਨੇ ਕੱਢਤਾ ਜੀ ਬਾਹਰ, ਗੱਡੀ ਵੀ ਬਾਹਰ ਕੱਢਤੀ, ਸਾਨੂੰ ਤਾਂ ਬਾਹਰ ਕੱਢਤਾ। ਕਿਤੇ ਅਸੀਂ ਫਿਰ ਪਰੇ ਚਲੇ ਗਏ, ਸਾਡੇ ਇੱਥੇ ਹੈਗੇ ਰਿਲੇਟਿਵ, ਅਸੀਂ ਉਹਨਾਂ ਦੇ ਚਲੇ ਗਏ, ਨੇੜੇ ਹੀ ਹੈ ਘਰ ਉਹਨਾਂ ਦੇ ਚਲੇ ਗਏ। ਸਾਨੂੰ ਫਿਰ ਫੋਨ ਆਇਆ ਪੁਲਿਸ ਦਾ ਵੀ ਤੁਸੀਂ ਕਿੱਥੇ ਹੋ? ਅਸੀਂ ਕਿਹਾ ਵੀ ਅਸੀਂ ਇੱਧਰ ਆ ਤੇ ਅਸੀਂ ਆਉਣੇ ਆ। ਉਹ ਸਾਡੇ ਮੇਰੇ ਕੁੜਮ ਆਏ ਹੋਏ ਸੀਗੇ, ਉਹਨਾਂ ਦਾ BP ਹਾਈ ਹੋ ਗਿਆ, ਉਹਨਾਂ ਚੁਲਝ ਗਏ ਵੀ ਇਹਨਾਂ ਨੂੰ ਕੁਝ ਹੋਰ ਆ ਜਾਵੇ। ਇੱਕ ਉਹਦਾ ਆਪਣੀ ਵਹੁਟੀ ਦਾ ਚਾਚਾ ਸੀਗਾ, ਉਹਦੇ ਵੀ ਇਹਨਾਂ ਨੇ ਬਹੁਤ ਪਤਾ ਨਹੀਂ ਕੀ ਮਾਰਿਆ, ਉਹਦੀ ਬਾਂਹ ਟੁੱਟ ਗਈ ਤੇ ਬਹੁਤ ਖੂਨ ਹੋਏ ਵੀ ਸੀਗੇ ਉਹ। ਤੇ ਉਹ ਸਾਨੂੰ ਪਤਾ ਹੀ ਨਹੀਂ ਸੀ ਉਹ ਕਿੱਧਰ ਨੂੰ ਗਏ, ਕਿੱਧਰ ਇਹਨਾਂ ਨੇ ਕਿੱਧਰ ਚੁੱਕ ਕੇ ਲੈ ਗਏ ਕਿ ਉਹ ਕਿੱਧਰ ਨੂੰ ਗਏ, ਪਤਾ ਹੀ ਨਹੀਂ ਸੀ ਲੱਗ ਰਿਹਾਗਾ। ਉਹ ਤਾਂ ਫਿਰ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ? ਉਹ ਤਾਂ ਇਹੀ ਸਾਨੂੰ ਵੀ ਇਹਨਾਂ ਨੇ ਇਹ ਚੀਜ਼ ਕੀਤੀ, ਇਹ ਕਿਹਦੀ ਕਿਉਂ ਕੀਤੀ, ਕਿਵੇਂ ਕੀਤੀ ਇਹ, ਕਿਉਂਕਿ ਆਪਣੇ ਜ਼ੋਰ ਤੇ ਤਾਂ ਨਹੀਂ ਇਹ ਕਰ ਸਕਦੇ ਗੇ। ਕੀ ਮੰਗ ਕਰਦੇ ਹੋ? ਹਾਂ, ਕੁਛ ਇਹ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ। ਤਾਂ ਇਹ ਆ ਵੀ ਸਾਨੂੰ ਜਿਵੇਂ ਹੁਣ ਪਿਸਤੌਲ ਦਿਖਾ ਕੇ ਵੀ ਤੇਰੇ ਮੁੰਡਿਆਂ ਨੂੰ ਮਾਰ ਦੂੰਗਾ ਮੈਂ, ਤੇਰੀ ਨੂੰਹ ਨੂੰ ਮਾਰ ਦੂੰਗਾ ਮੈਂ ਕਿ ਤੂੰ ਪਹਿਲਾਂ ਮੈਨੂੰ ਮਾਰ, ਉਹਨਾਂ ਨੂੰ ਤਾਂ ਪਿੱਛੋਂ ਹੀ ਮਾਰੇਗਾ ਤੂੰ। ਮੈਂ ਕਿ ਤੂੰ ਤੇਰਾ ਢਿੱਡ ਭਰ ਜੇ। ਤਾਂ ਇਹ ਕੁਛ ਕੀਤਾ ਤੇ ਜਦੋਂ ਫਿਰ ਪੁਲਿਸ ਆ ਗਈ ਫਿਰ ਅਸੀਂ ਅੰਦਰ ਆਏ ਤੇ ਫਿਰ ਪੁਲਿਸ ਨੇ ਆਪਣਾ ਸਾਰਾ ਜੋ ਸਾਥੋਂ ਪੁੱਛਿਆ। ਆਂਟੀ ਕੀ ਨਾਮ ਹੈ ਜੀ? ਸਤਵਿੰਦਰ ਕੌਰ ਸਿੱਧੂ, ਕਿਹੜੀ ਜਗ੍ਹਾ? ਐਡਵੋਕੇਟ। ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ? ਅਸੀਂ ਹਾਊਸ 'ਤੇ ਰਹਿੰਦੇ ਆਏ ਜੀ, ਇਹ 40 ਸਾਲ ਤੋਂ ਵੱਧ ਹੋ ਗਏ। ਮੈਂ ਔਰ ਮੇਰੇ ਸਿਸਟਰ ਇਸ ਘਰ 'ਚ ਰਹਿੰਦੇ। ਕੀ ਗੱਲ ਹੋਈ ਹੈ ਸਾਰੀ? ਹਾਂਜੀ, ਕੀ ਵਾਕਿਆ ਹੋਇਆ ਸਾਰਾ? ਰਾਤ ਦਾ ਤਾਂ ਇਹ ਹੈ ਕਿ ਅਸੀਂ ਦੋਨੋਂ ਇੱਥੇ ਨਹੀਂ ਸੀ, ਮੈਂ ਔਰ ਮੇਰੇ ਸਿਸਟਰ ਸੁਰਿੰਦਰ ਸਿੱਧੂ। ਅਸੀਂ ਕੋਈ 1.5 ਮਹੀਨੇ ਤੋਂ ਇੱਥੋਂ ਸ਼ਿਫਟ ਕਰ ਗਏ ਸੀ SST ਨਗਰ ਦੇ ਵਿੱਚ ਕਿਰਾਏ 'ਤੇ। ਜਿਹੜਾ ਸਾਡਾ ਉਹ ਹਿੱਸਾ ਸੀਗਾ ਹਾਊਸ ਦਾ, ਉਹ ਅਸੀਂ ਇੱਕ ਪਾਰਟੀ ਨੂੰ, ਇੱਕ ਰਵਿੰਦਰ ਸਿੰਘ ਸੀਗਾ, ਉਹ ਇਹਨਾਂ ਦਾ ਲੀਡਰ ਬਣ ਕੇ ਸਾਡੇ ਨਾਲ ਉਹਨਾਂ ਨੇ ਇਹ ਜਗ੍ਹਾ ਦਾ, ਸਾਡੇ ਹਾਊਸ ਦੀ ਹਿੱਸਾ ਅਤੇ ਕੁਝ ਸਾਡੇ ਪਿੱਛੇ ਪਲਾਟ, ਉਹਦਾ ਇਕੱਠਾ ਸੌਦਾ ਕਰ ਲਿਆ। ਅਸੀਂ ਆਪਣੀ ਇਸ ਸਟੇਜ ਦੇ ਵਿੱਚ ਸਾਰਾ ਮੈਨੇਜ ਨਹੀਂ ਸੀ ਕਰ ਸਕਦੇ, ਤਾਂ ਅਸੀਂ ਸੋਚਿਆ ਅਸੀਂ ਵਾਈਂਡ ਅਪ ਕਰ ਲਈਏ, ਪ੍ਰਾਪਰਟੀ ਨੂੰ ਵਾਈਂਡ ਅਪ ਕਰਕੇ ਕੱਲ੍ਹ ਨੂੰ ਉਹੀ ਚੀਜ਼ ਅਸੀਂ
ਬੱਚਿਆਂ ਨੂੰ ਇਸ ਫਾਰਮ 'ਚ ਦੇ ਦਾਂਗੇ, ਮਨੀ ਫਾਰਮ 'ਚ, ਕਿਉਂਕਿ ਸਾਡੇ ਤੋਂ ਮੈਨੇਜ ਨਹੀਂ ਸੀ ਹੁੰਦਾ। ਇਹ ਇਸ ਹਿੱਸੇ 'ਚ ਰਹਿ ਰਹੀ ਸੀ ਬਾਕੀ ਫੈਮਿਲੀ। ਉਹ ਅਸੀਂ ਇਹਨਾਂ ਨੂੰ ਹਰਬੰਸ ਸਿੰਘ ਨੂੰ ਅਤੇ ਇੱਕ ਰਵਿੰਦਰ ਸਿੰਘ ਜਿਹੜਾ ਇਹਨਾਂ ਦਾ ਮੇਨ ਲੀਡਰ ਹੈ, ਉਹਨੇ ਸਾਡੇ ਨਾਲ ਇਹ ਸੌਦਾ ਕੀਤਾ ਸੀਗਾ। ਇਹ ਉਹਨੇ ਸੌਦਾ ਕੀਤਾ ਸੀ ਅਤੇ ਉਹਨੇ ਕਿਹਾ ਵੀ ਮੈਂ ਹਾਊਸ ਦੇ ਨਾਲ ਨਾਲ ਬਾਕੀ ਤੁਹਾਡੇ ਪਲਾਟ ਵੀ ਲੈ ਲੈਂਦੇ ਹਾਂ। ਤਾਂ ਅਸੀਂ ਸੋਚਿਆ ਇਕੱਠਾ ਡਿਸਪੋਜ਼ ਆਫ ਹੋ ਜਾਊਗਾ, ਮੇਨਟੇਨ ਨਹੀਂ ਹੁੰਦਾ, ਜੇ ਸਾਨੂੰ ਅਮਾਊਂਟ ਵੀ ਮਿਲਦਾ ਨੇ ਆਪਣੇ ਲਈ ਤਾਂ ਚਾਹੇ ਨਹੀਂ ਲੋੜ, ਇਹ ਕੱਲ੍ਹ ਨੂੰ ਇਹਨਾਂ ਬੱਚਿਆਂ ਦੇ ਕੰਮ ਆਊਗਾ। ਤਾਂ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਲਿਆ। ਇਹ 25 ਜੁਲਾਈ ਨੂੰ ਇਹ ਐਗਰੀਮੈਂਟ ਕੀਤਾ ਸੀ, ਔਰ ਉਹ ਐਗਰੀਮੈਂਟ ਦੀ ਕਾਪੀ ਮੇਰੇ ਕੋਲ ਹੈ। ਉਹ ਐਗਰੀਮੈਂਟ 'ਚ ਇਹ ਸੀਗਾ ਕਿ 30,000 ਰੁਪਏ ਗਜ਼ ਦੇ ਹਿਸਾਬ ਨਾਲ ਜਿੰਨੀ ਸਾਡੀ ਜਗ੍ਹਾ ਬਣੂ ਕੋਠੀ ਸਮੇਤ ਵੀ ਉਹਨਾਂ ਨੂੰ ਅਸੀਂ ਸੇਲ ਕੀਤੀ। 1 ਮਹੀਨੇ ਦੇ ਇੰਸਟਾਲਮੈਂਟ ਉਹ 1 ਕਰੋੜ ਦਿਆ ਕਰਨਗੇ ਸਾਨੂੰ। 3 ਇੰਸਟਾਲਮੈਂਟਸ ਦੇ ਬਾਅਦ ਉਹ ਕਹਿੰਦੇ ਬਾਕੀ ਦਾ ਅਮਾਊਂਟ ਅਸੀਂ 31 ਜਨਵਰੀ ਤੱਕ ਤੁਸੀਂ ਰਜਿਸਟਰੀ ਕਰਵਾ ਲਓ। ਅਸੀਂ ਕਿਹਾ ਠੀਕ ਹੈ। ਤਾਂ ਉਹ ਜਦੋਂ 1 ਮਹੀਨਾ ਖਤਮ ਹੋ ਗਿਆ, ਉਹਨਾਂ ਨੇ ਕੋਈ ਇੰਸਟਾਲਮੈਂਟ ਨਹੀਂ ਦਿੱਤੀ। ਜਿੱਦਣ ਐਗਰੀਮੈਂਟ ਹੋਇਆ ਕੋਰਟ ਦੇ ਵਿੱਚ, ਉਦੋਂ ਮੈਨੂੰ ਪਤਾ ਲੱਗਿਆ, ਜੋ ਪੇਪਰਸ ਲੈ ਕੇ ਆਏ ਤਾਂ ਉਹ ਜਿਹੜਾ ਇਹਨਾਂ ਦਾ ਲੀਡਰ ਹੈ ਰਵਿੰਦਰ ਸੈਣੀ ਹੈ ਸ਼ਾਇਦ ਉਹਦਾ ਨਾਮ, ਉਹ ਕਹਿੰਦਾ ਮੈਂ ਬੈਕਗਰਾਊਂਡ 'ਚ ਰਹਿੰਦਾ। ਜਦੋਂ ਲੈ ਕੇ ਆਏ ਕਾਗਜ਼ ਐਗਰੀਮੈਂਟ 'ਤੇ, ਮੈਂ ਕਿਹਾ ਤਾਂ ਹਰਬੰਸ ਸਿੰਘ ਦਾ ਨਾਮ ਹੈ, ਉਹ ਭੋਲਾ ਸ਼ਾਰਟ 'ਤੇ ਕਰਦਾ। ਉਹ ਕਹਿੰਦਾ ਮੈਂ ਬੈਕਗਰਾਊਂਡ 'ਚ ਰਹਿੰਦਾ ਹੁੰਦਾ ਵੀ ਇਹ ਕਰੂਗਾ ਮੇਰੀ ਜਗ੍ਹਾ ਐਗਰੀਮੈਂਟ। ਉਹ ਐਗਰੀਮੈਂਟ 'ਤੇ ਉਹ ਹਰਬੰਸ ਸਿੰਘ ਦੇ ਸਾਈਨ ਨੇ, ਅਤੇ ਇੱਕ ਸਾਈਡ 'ਤੇ ਵਿਟਨੈਸ ਉਹ ਕਹਿੰਦਾ ਰਵਿੰਦਰ ਕਹਿੰਦਾ ਮੇਰੇ ਸਾਈਨ ਨੇ, ਅੰਦਰੋਂ ਸਾਈਨ ਹੋ ਕੇ ਆਏ ਸੀ। ਦੂਸਰਾ ਵਿਟਨੈਸ ਕੋਈ ਨਹੀਂ ਉਸ 'ਤੇ। ਉਸ ਐਗਰੀਮੈਂਟ ਦੇ ਨਾਲ ਆਹ ਟਾਈਮ ਆ ਗਿਆ। ਉਹਨਾਂ ਨੇ ਸਾਨੂੰ ਪਹਿਲੇ ਦਿਨ 10 ਲੱਖ 20 ਲੱਖ 10 ਲੱਖ ਦੇ 2 ਚੈੱਕ ਦਿੱਤੇ। ਉਹਦੇ ਬਾਅਦ 4 ਸਤੰਬਰ ਨੂੰ ਫਿਰ 10 ਸਤੰਬਰ ਨੂੰ 5-5 ਲੱਖ ਪਾਤਾ। ਬਾਕੀ ਅਮਾਊਂਟ ਦੇਣ 'ਚ ਨਹੀਂ ਸੀ ਆ ਰਹੀ। ਸੋ ਅਸੀਂ ਅਨਪਲੈਜ਼ੈਂਟਨੈਸ ਬੜੀ ਹੋ ਰਹੀ ਸੀ। ਅਸੀਂ ਕਿਹਾ ਅਸੀਂ ਇਹ ਡੀਲ ਨਹੀਂ ਰੱਖਣੀ। ਅਸੀਂ ਆਪਣੇ ਐਡਵੋਕੇਟ ਨੂੰ ਕਿਹਾ ਕਿ ਜੀ ਕੈਂਸਲ ਕਰਵਾ ਦਿਓ, ਕੈਂਸਲ ਕਰਵਾ ਦਿਓ, ਅਸੀਂ ਕੰਟੀਨਿਊ ਨਹੀਂ ਕਰਨੀ। ਤਾਂ ਉਹ ਕੱਲ੍ਹ ਕਿਤੇ ਉਹਨਾਂ ਨੇ ਸਾਡੇ ਕਨਿਓ ਕਨਵੇ ਕਰਤਾ ਇਹਨਾਂ ਨੂੰ ਕਿ ਇਹ ਡੀਲ ਐਗਰੀਮੈਂਟ ਕੈਂਸਲ ਕਰਨਾ ਚਾਹੁੰਦੇ ਨੇ, ਇਹ ਚੱਲੂਗੀ ਨਹੀਂ, ਕਿਉਂਕਿ ਤੁਸੀਂ ਮੈਂ ਵੀ ਤੁਹਾਨੂੰ ਇੰਨੀ ਵਾਰੀ ਕਹਿ ਚੁੱਕੀ ਹਾਂ ਤੁਸੀਂ ਉਹਨਾਂ ਨਾਲ ਪੇਮੈਂਟ ਨਹੀਂ ਕਰ ਰਹੇ। ਸੋ ਕੱਲ੍ਹ ਹੀ ਕੋਰਟ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਕਿਹਾ, ਔਰ ਅੱਜ ਹੀ ਰਾਤ ਨੂੰ ਉਹਨਾਂ ਨੇ ਇਨਸੀਡੈਂਟ ਕਰਤਾ। ਅਸੀਂ ਉੱਥੇ ਤੁਸੀਂ ਕਿੰਨੇ ਬੰਦਿਆਂ ਨੇ ਕਰਿਆ ਸਾਰਾ ਹਮਲਾ? ਹਾਂਜੀ, ਕਿੰਨੇ ਬੰਦੇ ਸੀ ਇਹ ਸਾਰੇ? ਅਸੀਂ ਤਾਂ ਉਰੇ ਨਹੀਂ ਸੀਗੇ, ਅਸੀਂ ਤਾਂ ਉਰੇ ਨਹੀਂ ਸੀ। ਅਸੀਂ ਤਾਂ ਦੋਨੋਂ ਸਿਸਟਰਸ ਕਿਰਾਏ ਦੇ ਹਾਊਸ ਸੀਗੇ। ਸਾਡੇ ਕੋਲ 2 ਗਾਰਡ ਵੀ ਗਨਮੈਨ ਰੱਖੇ ਹੁੰਦੇ ਆ। ਇੱਥੋਂ ਇਹਨਾਂ ਦਾ ਫੋਨ ਗਿਆ ਸਾਨੂੰ ਕਿ ਇਸ ਤਰ੍ਹਾਂ ਕਰਕੇ ਉਹਨਾਂ ਬੰਦੇ ਜਿਹੜੇ ਘਰ 'ਚ ਰਹਿ ਰਹੇ ਸੀ, ਉਹ ਬੜੀ ਦੇਰ ਤੋਂ ਉਹਨਾਂ ਬਾਰੇ ਦੱਸਦੇ ਸੀ ਵੀ ਉਹਨਾਂ ਦੀ ਰਹਿਤ ਠੀਕ ਨਹੀਂ ਹੈ। ਅਤੇ ਅਸੀਂ ਵੀ ਸੋਚ ਲਿਆ ਸੀ ਵੀ ਡੀਲ ਕੈਂਸਲ ਕਰ ਦਾਂਗੇ। ਤਾਂ ਇੱਥੋਂ ਸਾਨੂੰ ਫੋਨ ਗਿਆ ਰਾਤ ਨੂੰ 11:15 ਵਜੇ ਕਿ ਇੰਨੇ ਬੰਦਿਆਂ ਨੇ ਆ ਕੇ ਹਮਲਾ ਕੀਤਾ। ਕਹਿੰਦੇ 30-35 ਬੰਦੇ ਨੇ, ਸਾਰਾ ਕੁਛ ਤੋੜ ਭੰਨ ਕਰਕੇ ਇਹਨਾਂ ਨੂੰ ਮਾਰ ਮੂਰ ਕੇ ਬਾਹਰ ਕੱਢਿਆ। ਸਾਡੇ ਟੈਲੀਫੋਨ 'ਤੇ ਗੱਲ ਹੁੰਦੀ ਰਹੀ। ਅਸੀਂ ਬੜੇ ਟੈਂਸ। ਮੈਂ ਉਸੇ ਟਾਈਮ ਚੱਕ ਕੇ SHO ਨੂੰ ਫੋਨ ਕੀਤਾ, ਪਹਿਲੀ ਵਾਰੀ 'ਚ ਨਹੀਂ ਮਿਲਿਆ। ਫਿਰ SI ਨੂੰ ਕੀਤਾ, ਉੱਥੇ ਨਹੀਂ ਹੋਇਆ। ਚੌਕੀ ਕੀਤਾ। ਫਿਰ ਉਹਦੇ ਬਾਅਦ ਮੈਂ ਆਪਣਾ SSP SP ਉਹਨਾਂ ਦੇ ਆਫਿਸ, ਉਹਨਾਂ ਦੇ ਮੋਬਾਈਲਸ 'ਤੇ ਸਾਰੇ ਫੋਨ ਕੀਤੇ। ਫਾਈਨਲੀ SHO ਸਾਹਿਬ ਦਾ ਫੋਨ ਆ ਗਿਆ ਮੈਨੂੰ। ਮੈਂ ਉਹਨਾਂ ਨੂੰ ਸਿਚੁਏਸ਼ਨ ਦੱਸੀ ਵੀ ਆਹ ਸਾਡੀ ਸਿਚੁਏਸ਼ਨ ਹੈ, ਉੱਥੇ ਇੰਨਾ ਜ਼ਿਆਦਾ ਲੇਡੀਜ਼ 'ਤੇ ਉਹਨਾਂ ਨੇ ਹਮਲਾ ਕੀਤਾ। ਅੱਧੀ ਰਾਤ ਦਾ ਟਾਈਮ ਹੈ, ਉਹਨਾਂ ਨੂੰ ਬਾਹਰ ਕੱਢਤਾ ਉਹਨਾਂ ਨੇ, ਅਤੇ ਉਹਨਾਂ ਨੇ ਸੱਟਾਂ ਮਾਰੀਆਂ ਨੇ, ਪਲੀਜ਼ ਜਲਦੀ ਹੈਲਪ ਭੇਜੋ ਤੁਸੀਂ। ਉੱਥੇ ਮੇਰੀ ਗੱਲ ਵਿੱਚ ਦੀ ਹੁੰਦੀ ਰਹੀ, ਇਹਨਾਂ ਨਾਲ ਕੰਟੈਕਟ ਹੁੰਦਾ ਰਿਹਾ। ਇਹ ਬਹੁਤ ਦਹਿਲੇ ਹੋਏ ਸੀਗੇ। ਅਤੇ ਉਹ ਜਿਹੜੇ ਬੰਦੇ ਸੀ, ਜਿਹੜੇ ਮੇਰੇ ਨੈਬਿਊਜ਼ ਨੇ, ਭਤੀਜੇ ਨੇ ਦੋਨੋਂ, ਇਹਨਾਂ ਨੂੰ ਉੱਥੇ ਵੀ ਮੈਨੂੰ ਕੋਰਟ 'ਚ ਧਮਕੀ ਦਿੱਤੀ ਵੀ ਉਹਨਾਂ ਨੂੰ ਅਸੀਂ ਛੱਡਦੇ ਨਹੀਂ ਹੁਣ। ਸੋ ਇਸ ਚੀਜ਼ ਦਾ ਮੈਂ ਇਹਨਾਂ ਨੂੰ ਕਿਹਾ ਹੋਇਆ ਸੀ ਤੁਸੀਂ ਬਾਹਰ ਨਹੀਂ ਨਿਕਲਣਾ, ਜਿੱਥੇ ਉੱਥੇ ਬੈਠੋ। ਉਹਨਾਂ ਨੂੰ ਪੂਰਾ ਇਹਨਾਂ ਨੂੰ ਵੀ ਦੇ ਗਏ ਸੀ ਧਮਕੀ ਵੀ ਉਹਨਾਂ ਨੂੰ ਅਸੀਂ, ਮੈਨੂੰ ਵੀ ਕਹਿੰਦੇ ਉਹਨਾਂ ਨੂੰ ਅਸੀਂ ਛੱਡ ਦੇਣਾ, ਉਹਨੇ ਲੱਤਾਂ ਬਾਹਾਂ ਤੋੜਾਂਗੇ, ਮਾਰਾਂਗੇ ਉਹਨਾਂ ਨੂੰ। ਮੈਂ ਇਹਨਾਂ ਨੂੰ ਫੋਨ ਕਰਦੀ ਰਹੀ ਵੀ ਆਊਟ ਆਫ ਵੇ ਰਹੋ ਤੁਸੀਂ। ਇਹਨਾਂ ਦੀ ਬੇਲ ਵੀ ਹੋ ਰਹੀ ਸੀ, ਕੰਪਲੇਂਟ ਦੇ ਵਿੱਚ FIR ਹੋਈ ਵੀ ਸੀ। ਸੋ ਉਸ ਸਿਲਸਿਲੇ 'ਚ ਅਸੀਂ ਕੋਰਟ 'ਚ ਸੀਗੇ ਕੱਲ੍ਹ। ਉਹ ਉਹਨਾਂ ਦੇ ਲੁੱਕ ਆਊਟ 'ਤੇ ਸੀ। ਬੰਦਿਆਂ ਨੇ
ਮੈਨੂੰ ਗਾਰਡ ਨੇ ਦੱਸਿਆ ਕਿ ਆਪਣੀ ਗੱਡੀ ਦੇ ਚਾਰੋਂ ਪਾਸੇ ਬੰਦੇ ਕਾਰਾਂ 'ਚ ਬੈਠੇ ਨੇ ਤੇ ਇਹ ਭੋਲਾ ਔਰ ਰਵੀ ਇੰਦਰ ਜਿਹਨੇ ਖਰੀਦੀ ਹੈ ਲੀਡਰ ਹੈ, ਇਹ ਦੋਨੋਂ ਮੇਰੇ ਮੋਬਾਈਲ ਤੇ ਨੰਬਰ ਆਏ ਹੈ। ਕੱਲ ਫਿਰ ਮੈਨੂੰ ਟੈਲੀਫੋਨ ਕਰੀ ਜਾਣ, ਮੈਂ ਚੁੱਕੀ ਨਹੀਂ। ਜਦੋਂ ਪਰਸੋਂ ਐਡਵੋਕੇਟ ਸਾਹਿਬ ਨੇ ਕਨਵੇ ਕਰਤਾ ਸੀ ਵੀ ਉਹ ਡੀਲ ਕੈਂਸਲ ਕਰ ਰਹੇ ਹੈ, ਉਦੋਂ ਤਾਂ ਇਹਨਾਂ ਨੇ 35 ਕਾਲਸ ਕੀਤੀਆਂ ਨੇ। ਫਿਰ ਰਾਤ ਅੱਜ ਹੁਣ ਕੋਰਟ ਦੇ ਵਿੱਚ ਅਸੀਂ ਇਹਨਾਂ ਨੂੰ ਨੋਟਿਸ ਭੇਜਣਾ ਸੀ। ਸਾਡਾ ਨੋਟਿਸ ਕੋਰਟ 'ਚ ਤਿਆਰ ਹੋਇਆ ਪਿਆ ਹੈ। ਮੈਨੂੰ ਉੱਥੇ ਬੁਲਾਇਆ ਸੀ ਉਹਨਾਂ ਨੇ ਕਿ ਆਪਾਂ ਇਹਨਾਂ ਨੂੰ ਨੋਟਿਸ ਦੇ ਦਈਏ ਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਡੀਲ ਕੈਂਸਲ ਕਰਤੀ। ਸੋ ਰਾਤੋਂ ਰਾਤ ਇਹਨਾਂ ਨੇ ਇਹ ਐਕਸ਼ਨ ਲਿਆ ਹੈਗਾ। ਤੁਸੀਂ ਕੀ ਮੰਗ ਕਰਦੇ ਹੋ ਜੀ ਪੁਲਿਸ ਤੋਂ? ਹਾਂਜੀ, ਪੁਲਿਸ ਤੋਂ ਕੀ ਮੰਗ ਕਰਦੇ ਹੋ? ਸੌਰੀ, ਪੁਲਿਸ ਤੋਂ ਕੀ ਮੰਗ ਕਰਦੇ ਹੋ ਤੁਸੀਂ? ਪੁਲਿਸ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਇੰਨੀ ਜ਼ਿਆਦਾ ਗੁੰਡਾਗਰਦੀ ਇੰਨੇ ਲਾਰਜ ਕੇਸ ਤੇ ਜੇ ਅੱਧੀ ਰਾਤ ਨੂੰ ਵੀ ਹੋਈ ਹੈ, ਆਸ-ਪਾਸ ਕੋਈ ਪੁਲਿਸ ਤਾਂ ਹੋਣੀ ਹੈ ਪ੍ਰੋਟੈਕਸ਼ਨ ਵਾਸਤੇ। ਇੰਨਾ ਟਾਈਮ ਇੰਨੇ ਬੰਦੇ, ਸੋਚਿਆ ਜਾਵੇ ਅਗਰ ਵਿਜਲ ਤੇ ਹੈ ਪੁਲਿਸ ਤਾਂ ਇੰਨੇ ਬੰਦੇ ਇੱਕ ਜਗ੍ਹਾ ਬਿਲਡਿੰਗ 'ਚ ਅੱਧੀ ਰਾਤ ਨੂੰ ਇਕੱਠੇ ਹੋ ਰਹੇ ਨੇ। ਉਹਨਾਂ ਦੇ ਹੱਥ 'ਚ ਇੰਨੇ ਹਥਿਆਰ ਆ ਪਏ ਹੈ, ਤੁਸੀਂ ਦੇਖੋ ਉੱਧਰ ਪਏ ਨੇ ਹਥਿਆਰ। ਇੰਨਾ ਲੈ ਕੇ ਉਹ ਇੱਕ ਉਸ ਘਰ 'ਤੇ ਕਬਜ਼ਾ ਕਰਨ ਆਏ ਨੇ। ਉਹਨਾਂ ਲੇਡੀਜ਼ ਦੇ ਉੱਤੇ ਅਟੈਕ ਕੀਤਾ, ਅੱਧੀ ਰਾਤ ਨੂੰ ਉਹਨਾਂ ਨੂੰ ਬਾਹਰ ਕੱਢਿਆ, ਧਮਕੀਆਂ ਦਿੱਤੀਆਂ। ਸਮਾਨ ਇੰਨਾ ਚੋਰੀ ਕਰਕੇ ਲੈ ਗਏ, ਅਲਮਾਰੀਆਂ ਖਾਲੀ ਕਰਤੀਆਂ, ਫਾਈਲਾਂ ਕੱਢੀਆਂ ਨੇ ਉਹਨਾਂ ਨੇ, ਇਹਨਾਂ ਦੇ ਪੈਸੇ, ਇਹਨਾਂ ਦੀਆਂ ਕਾਪੀਆਂ, ਸਾਰਾ ਕੁਝ ਕੱਢ ਕੇ ਲੈ ਗਏ। ਸੋ ਇੰਨਾ ਖੁੱਲ੍ਹੇਆਮ ਅੱਧੀ ਰਾਤ ਨੂੰ ਇਹ ਡਾਕਾ ਮਾਰਿਆ, ਚੋਰੀ ਕੀਤੀ ਹੈ, ਗੁੰਡਾਗਰਦੀ ਕੀਤੀ ਹੈ। ਕੋਈ ਵੀ ਪ੍ਰੋਟੈਕਸ਼ਨ ਆ ਕੇ ਰੋਕਿਆ ਨਹੀਂ ਗਿਆ। ਹੁਣ ਤਾਂ ਸਾਡੀ ਇਹੀ ਮੰਗ ਹੈ, ਇਹ ਸਾਰੇ ਜੋ ਵੀ ਕਲਪਿਟਸ ਸੀਗੇ ਇਹਨਾਂ ਸਾਰਿਆਂ ਨੂੰ ਫੜਿਆ ਜਾਵੇ, ਸਾਰੇ ਕਾਬੂ। ਇਹ ਇੱਕ ਗਰੋਹ ਹੈ। ਮੈਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਐਸਾ ਗਰੋਹ ਹੈ ਇਹ ਜਿਹੜਾ ਬੜੀ ਦੇਰ ਤੋਂ ਐਕਟ ਕਰ ਰਿਹਾ ਹੈ। ਸਾਡੇ ਵਰਗੀਆਂ ਲੇਡੀਜ਼ ਨੂੰ, ਜਿਹੜੇ ਪ੍ਰਾਪਰਟੀ ਵਾਲੇ ਲੋਕਾਂ ਦੀ ਕਈ ਜਗ੍ਹਾ ਇਹਨਾਂ ਨੇ ਜ਼ਮੀਨਾਂ 'ਤੇ ਕਬਜ਼ੇ ਕੀਤੇ ਹੈ। ਉਹ ਕਰ ਰਹੇ ਨੇ ਜਿਵੇਂ ਅਸੀਂ ਫਸ ਗਏ ਗੁੱਡ ਫੇਥ 'ਚ। ਅਸੀਂ ਤਾਂ ਜਲਦੀ ਸਮਝ ਕੇ ਨਿਕਲ ਆਏ ਬਾਹਰ, ਪਰ ਜਿਹੜੇ ਲੋਕਾਂ ਨੇ ਇਹਨਾਂ ਨੇ ਹੁਣ ਤੱਕ ਕਬਜ਼ੇ ਕੀਤੇ ਹੈ ਉਹਨਾਂ ਨੂੰ ਪਤਾ ਨਹੀਂ ਇਨਸਾਫ ਮਿਲਿਆ ਕਿ ਨਹੀਂ। ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡੀ ਇਸ ਫੈਮਿਲੀ ਨੂੰ ਪ੍ਰੋਟੈਕਸ਼ਨ ਵੀ ਮਿਲਣੀ ਚਾਹੀਦੀ ਹੈ। ਸਾਡੇ ਇਹਨਾਂ ਬੱਚਿਆਂ ਨੂੰ ਉਹਨਾਂ ਨੇ ਧਮਕੀ ਦਿੱਤੀ ਹੋਈ ਹੈ। ਦੇ ਆਰ ਰਿਵੈਂਜਫੁਲ। ਇਹ ਡਾਕੂ ਨੇ, ਇਹ ਬਹੁਤ ਖਤਰਨਾਕ ਬੰਦੇ ਨੇ ਔਰ ਇਹਨਾਂ ਨੇ ਸਾਡੇ ਦੋਨਾਂ ਬੇਟਿਆਂ ਨੂੰ ਧਮਕੀ ਦਿੱਤੀ ਹੋਈ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ।